Good afternoon, students. जी बेटा, साडा टॉपिक चल रहा सीगा इंफ्रास्ट्रक्चर. So today we start from the today we will start the topic energy. Why do we need energy? In what form is it available? Energy is a critical aspect of development process of a nation. Energy ਹੈ ਸਾਨੂੰ ਹਰ ਇੱਕ ਨੇਸ਼ਨ ਨੂੰ ਚਾਹੀਦੀ ਹੁੰਦੀ ਹੈਗੀ, ਠੀਕ ਹੈ. ਇੱਕ ਡਿਵੈਲਪਮੈਂਟ ਦਾ ਇੱਕ ਪ੍ਰੋਸੈਸ ਹੈ. It is of course essential for industries. Now it is used on large scale in agriculture and related area. So ਹਰ ਇੱਕ ਏਰੀਆ ਦੇ ਵਿੱਚ ਇਹ ਜਿਹੜੀ ਯੂਜ਼ ਕੀਤੀ ਜਾਂਦੀ ਹੈ. ਔਰ and transportation of fertilizer, pesticide and farm equipment. It is required in houses for cooking, household lighting and heating. Can you think of producing a commodity or service without using energy? So ਅਸੀਂ ਕੋਈ ਵੀ ਚੀਜ਼ ਹੈ ਜਿਹੜੀ એનર્ਜੀ ਤੋਂ ਬਿਨਾ, એનર્ਜੀ ਦਾ ਡਾਇਰੈਕਟ ਤੇ ਇਨਡਾਇਰੈਕਟ ਇੰਪੈਕਟ ਹੈ ਜਿਹੜਾ ਸਾਡੀ ਪ੍ਰੋਡਕਸ਼ਨ ਦੇ ਉੱਪਰ ਪੈਂਦਾ ਹੈ. ਕਿਸੇ ਵੀ ਚੀਜ਼ ਦੀ ਆਪਾਂ ਪ੍ਰੋਡਕਸ਼ਨ ਹੈ ਜਿਹੜੀ ਕਰਦੇ ਆ ਜਦੋਂ. Sources of energy, energy ਆਉਂਦੀ ਕਿੱਥੋਂ ਹੈ? There are commercial and non-commercial sources of energy. Commercial sources are coal, petroleum, and electricity, as they are bought and sold. Non-commercial sources of energy are firewood, agriculture waste, and dried dung. ਹੁਣ ਜਿਹੜੇ ਕਮਰਸ਼ੀਅਲ ਤੇ ਨਾਨ ਕਮਰਸ਼ੀਅਲ ਦੋ ਤਰ੍ਹਾਂ ਦੇ ਆਪਣੇ ਕੋਲ ਸੈਕਟਰ ਨੇਗੇ ਜਿਹੜੇ ਸੋਰਸਿਸ ਨੇਗੇ, ਕਮਰਸ਼ੀਅਲ ਤੇ ਨਾਨ ਕਮਰਸ਼ੀਅਲ, ਜਿਨ੍ਹਾਂ ਤੋਂ ਸਾਨੂੰ ਐਨਰਜੀ ਮਿਲ ਜਾਂਦੀ ਹੈ. ਫਸਟਲੀ ਹੈਗਾ ਕੋਲ, ਪੈਟਰੋਲੀਅਮ. ਇਹਨਾਂ ਨੂੰ ਆਪਾਂ ਕਮਰਸ਼ੀਅਲ ਐਨਰਜੀ ਸੋਰਸਿਸ ਵੀ ਕਹਿ ਸਕਦੇ ਹਾਂ. ਔਰ ਨਾਨ ਕਮਰਸ਼ੀਅਲ ਹੋ ਗਏ ਜਿੱਦਾਂ ਲੱਕੜ ਹੋ ਗਈ, ਖੇਤੀਬਾੜੀ ਦੀ ਰਹਿੰਦ ਖੂੰਹਦ ਹੋ ਗਈ, ਜਾਂ ਡਰਾਈਡ ਡੰਕ ਹੋ ਗਿਆ, ਠੀਕ ਹੈ. ਥੀਸ ਆਰ ਨਾਨ ਕਮਰਸ਼ੀਅਲ ਐਜ਼ ਦੇ ਫਾਊਂਡ ਇਨ ਨੇਚਰ, ਜਾਂ ਫਿਰ ਇਹ ਸਾਨੂੰ ਸਿੱਧੇ ਨੇਚਰ ਤੋਂ ਮਿਲਦੇ ਨੇ, ਠੀਕ ਹੈ. ਵਾਈਲ ਕਮਰਸ਼ੀਅਲ ਸੋਰਸਿਸ ਆਫ ਐਨਰਜੀ ਆਰ ਜਨਰਲੀ ਐਗਜ਼ੌਸਟੇਬਲ. ਜਦੋਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਕਮਰਸ਼ੀਅਲ ਸੋਰਸਿਸ ਨੇ ਇਹ ਐਗਜ਼ੌਸਟੇਬਲ ਨੇ, ਇਹ ਇੱਕ ਨਾ ਇੱਕ ਦਿਨ ਕੀ ਹੋ ਜਾਣੇ ਆ, ਖਤਮ ਹੋ ਜਾਣੇ ਆ, ਸਾਨੂੰ ਪਤਾ ਹੈ. ਨਾਨ ਕਮਰਸ਼ੀਅਲ ਰਿਸੋਰਸਿਸ ਆਰ ਜਨਰਲੀ ਰੀਨਿਊਏਬਲ. ਨਾਨ ਕਮਰਸ਼ੀਅਲ ਰਿਸੋਰਸਿਸ ਨੇ ਉਹ ਰੀਨਿਊਏਬਲ ਨੇ, ਠੀਕ ਹੈ. ਜੇ ਇੱਕ ਦਰਖਤ ਕੱਟਿਆ ਗਿਆ ਤਾਂ ਦੂਸਰਾ ਉਗਾ ਸਕਦੇ ਆਪਾਂ, ਠੀਕ ਹੈ. ਕਾਊ ਡੰਕ ਹੈ ਜਿਹੜਾ ਉਹ ਵੀ ਮਿਲ ਜਾਂਦਾ ਲੋਕਾਂ ਨੂੰ. ਖੇਤੀਬਾੜੀ ਦੀ ਰਹਿੰਦ ਖੂੰਹਦ ਵੀ ਇੱਕ ਸੀਜ਼ਨ ਤੋਂ ਬਾਅਦ ਦੂਸਰੇ ਸੀਜ਼ਨ ਸਾਨੂੰ ਨਾਲ ਦੀ ਨਾਲ ਪ੍ਰਾਪਤ ਹੁੰਦੀ ਰਹਿੰਦੀ ਹੈ, ਠੀਕ ਹੈ. ਜਦ ਕਿ ਜੇ ਪੈਟਰੋਲ ਡੀਜ਼ਲ ਇੱਕ ਵਾਰੀ ਖਤਮ ਹੋ ਗਏ ਤਾਂ ਇਹ ਮੁੜ ਕੇ ਸਾਨੂੰ ਨਹੀਂ ਮਿਲ ਸਕਣਗੇ. ਇਸ ਕਰਕੇ ਇਹ ਨਾਨ ਰੀਨਿਊਏਬਲ ਨੇ, ਠੀਕ ਹੈ. So more than 60% of Indian household depend on traditional sources of energy. 60% ਤੋਂ ਜ਼ਿਆਦਾ, ਠੀਕ ਹੈ, ਇੰਡੀਅਨ ਜਿਹੜੀ ਹਾਊਸਹੋਲਡ ਨੇ ਕਿਸ ਤੇ ਡਿਪੈਂਡ ਕਰਦੇ ਨੇਗੇ, ਉਹ ਇਨਵਾਇਰਮੈਂਟਲ ਕਹਿ ਸਕਦੇ ਆਪਾਂ, ਟ੍ਰੈਡੀਸ਼ਨਲ ਐਨਰਜੀ ਦੇ ਉੱਪਰ ਜਿਹੜੇ ਹੈਗੇ ਨੇ ਉਹ ਡਿਪੈਂਡੈਂਟ ਨੇ. ਨੈਕਸਟ ਹੈਗਾ ਨਾਨ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ. ਨਾਨ ਕਨਵੈਨਸ਼ਨਲ ਸੋਰਸ ਕਿਹੜੇ ਹੋਣਗੇ? Both commercial and non-commercial sources of energy are known as conventional sources of energy. Commercial ਨੇ ਚਾਹੇ non commercial ਨੇ, ਦੋਨਾਂ ਨੂੰ ਆਪਾਂ conventional ਲੈ ਕੇ ਆਉਂਦੇ ਆ, ਠੀਕ ਹੈ. There are 3 other sources of energy which are commonly termed as non-conventional. ਜਿਨ੍ਹਾਂ ਨੂੰ 3 ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ non conventional ਜਿਨ੍ਹਾਂ ਨੂੰ ਮੰਨ ਸਕਦੇ ਹੁੰਦੇ ਆ. ਸਭ ਤੋਂ ਪਹਿਲਾਂ ਹੈਗਾ ਸੋਲਰ ਐਨਰਜੀ, ਵਿੰਡ ਐਨਰਜੀ, tidal power, ठीक है. Being a tropical country, India has almost unlimited potential for producing all 3 type of energy. India ਦੇ ਵਿੱਚ ਇਹਨਾਂ ਤਿੰਨਾਂ ਦੀ એનર્ਜੀ, ਤਿੰਨਾਂ ਦੇ ਰਾਹੀਂ એનર્ਜੀ ਹੈ ਜਿਹੜੀ
ਉਹ ਜਿੰਨੀ ਚਾਹੇ ਪ੍ਰੋਡਿਊਸ ਕੀਤੀ ਜਾ ਸਕਦੀ ਹੈ, ਠੀਕ ਹੈ। ਇਫ ਸਮਵਨ ਐਪਰੋਪਰੀਏਟ ਕੋਸਟ ਇਫੈਕਟਿਵ ਟੈਕਨੋਲੋਜੀਜ਼ that are already available are used, ਠੀਕ ਹੈ। ਤੇ ਇਹਨਾਂ ਤੋਂ ਅਸੀਂ એનર્ਜੀ ਹੈ ਜਿਹੜੀ ਉਹ ਪ੍ਰਾਪਤ ਕਰ ਸਕਦੇ ਆ। ਈਵਨ ਚੀਪਰ ਟੈਕਨੋਲੋਜੀ ਕੈਨ ਬੀ ਡਿਵੈਲਪ, ਇਹਨਾਂ ਤੋਂ ਵੀ ਚੀਪਰ ਟੈਕਨੋਲੋਜੀ ਡਿਵੈਲਪ ਕਰਕੇ ਆਪਾਂ ਬੈਨੀਫਿਟ ਹੈ ਜਿਹੜਾ ਉਹ ਲੈ ਸਕਦੇ ਆ। नेक्स्ट है कंजम्पशन पैटर्न of commercial energy in India. Commercial energy consumption makes up about 74% of total energy consumed in India. This include coal, with largest share of 54%, followed by oil at 32%, natural gas at 10%, and non-commercial energy resources consisting of firewood, cow dung, and agriculture the critical feature of India's energy sector and linkage to the economy is import dependence on crude and petroleum. ਆਪਾਂ ਇਹ ਸਾਰੀਆਂ ਚੀਜ਼ਾਂ ਇੰਪੋਰਟ ਕਰਦੇ ਆ, ਠੀਕ ਹੈ। ਕ੍ਰੂਡ ਪੈਟਰੋਲੀਅਮ ਨੂੰ ਇੰਪੋਰਟ ਕਰਦੇ ਆ ਫੋਰਨ ਕੰਟਰੀਜ਼ ਤੋਂ, ਤੇ ਇਹ ਵੀ ਅੰਦਾਜ਼ਾ ਲਾਇਆ ਜਾਂਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਇੰਪੋਰਟ ਹੈ ਜਿਹੜਾ ਹੋਰ ਵੀ ਜ਼ਿਆਦਾ ਇਨਕਰੀਜ਼ ਹੋ ਜਾਏਗਾ। The sectoral pattern of consumption of commercial energy is given table 8.2. The transport sector was the largest consumption of consumer of energy. देखो ट्रांसपोर्ट सैक्टर ਦੇ ਵਿੱਚ ਆਪਾਂ ਨੂੰ यूज ਕਰਦੇ ਆ ਡੀਜ਼ਲ ਪੈਟਰੋਲ। ਹੁਣ ਡੀਜ਼ਲ ਤੇ ਦੇਖੋ ਸਾਡੀ ਪਬਲਿਕ ਟਰਾਂਸਪੋਰਟ ਚੱਲਦੀ ਆ, ਬੱਸਿਸ ਆਉਂਦੀਆਂ ਜਾਂਦੀਆਂ ਨੇ, ਟਰੱਕ ਚੱਲਦੇ ਨੇ, ਠੀਕ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ। ਖੇਤੀਬਾੜੀ ਦਾ ਕੰਮ ਹੁੰਦਾ, ਸੋ ਕਿੰਨਾ ਜ਼ਿਆਦਾ ਜਿਹੜਾ ਹੈਗਾ ਕੰਜ਼ੰਪਸ਼ਨ ਹੈ ਉਹ ਕਮਰਸ਼ੀਅਲ એનર્ਜੀ ਦੀ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਹੈ? ਟਰਾਂਸਪੋਰਟ ਦੇ ਵਿੱਚ। ਹਾਂਜੀ, ਹੁਣ ਆਪਾਂ ਦੇਖ ਰਹੇ ਹਾਂ ਕਿ ਡਿਫਰੈਂਟ ਸੈਕਟਰ ਦੇ ਵਿੱਚ ਕਿੰਨੀ ਕੰਜ਼ੰਪਸ਼ਨ ਹੈ ਜਿਹੜੀ ਆਪਾਂ ਕਰ ਰਹੇ ਹਾਂ। 1953 ਦੇ ਵਿੱਚ ਹਾਊਸ ਹੋਲਡ ਦੇ ਵਿੱਚ 10% ਕਰਦੇ ਸੀਗੇ ਕਮਰਸ਼ੀਅਲ એનર્ਜੀ ਨੂੰ, ਐਗਰੀਕਲਚਰ ਦੇ ਵਿੱਚ ਓਨਲੀ 1%, ਇੰਡਸਟਰੀ ਦੇ ਵਿੱਚ 40%, ਟਰਾਂਸਪੋਰਟ 'ਚ 44 ਤੇ ਅਦਰ ਦੇ ਵਿੱਚ 5। 1997 ਦੇ ਵਿੱਚ ਠੀਕ ਇਸ ਤੋਂ 17-18 ਸਾਲਾਂ ਬਾਅਦ ਆਪਾਂ ਹਾਊਸ ਹੋਲਡ 'ਚ ਵਧਾਤੀ, ਐਗਰੀਕਲਚਰ 'ਚ ਵੀ, ਤੇ ਸਾਰੇ ਸੈਕਟਰਸ ਦੇ ਵਿੱਚ ਜਿਹੜੀ ਇਹ ਸੀਗੀ ਕੰਜ਼ੰਪਸ਼ਨ ਇਨਕਰੀਜ਼ ਹੋ ਗਈ। ਤੇ ਜਿਹੜਾ ਹੈਗਾ ਉਸ ਤੋਂ ਬਾਅਦ 1991 ਤੋਂ 2012 ਦੇ ਵਿੱਚ ਹਾਊਸ ਹੋਲਡ ਦੇ ਵਿੱਚ ਇਨਕਰੀਜ਼ ਹੋਈ, ਖੇਤੀਬਾੜੀ ਦੇ ਵਿੱਚ ਬਹੁਤ ਇਨਕਰੀਜ਼ ਹੋਈ, ਇੰਡਸਟਰੀਜ਼ ਐਜ਼ ਇਟ ਇਜ਼ ਹੈ, ਬਟ ਟਰਾਂਸਪੋਰਟੇਸ਼ਨ ਦੇ ਵਿੱਚ ਇਹ ਕੀ ਹੋਊਗੀ? ਘੱਟ ਹੋਊਗੀ, ਬਹੁਤ ਘੱਟ ਰਹੇਗੀ, ਤੇ ਅਦਰਸ ਦੇ ਵੀ ਸਟੇਬਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ power and electricity, the most visible form of energy which is often identified with progress in modern civilization is power, commonly called electricity, ठीक है। इलैक्ट्रिसिटी ਦੀ ਜੇ ਸਾਨੂੰ ਬਹੁਤ ਜ਼ਰੂਰਤ ਹੈ, ਇਟ ਇਜ਼ ਅ ਕ੍ਰਿਟੀਕਲ ਕੰਪੋਨੈਂਟ ਆਫ ਇਨਫਰਾਸਟਰਕਚਰ। ਹੁਣ ਇਨਫਰਾਸਟਰਕਚਰ ਹੈ ਜਿਹੜਾ it is a critical component of infrastructure that determines the economic development of a country. The growth rate of demand for power is generally higher than GDP growth rate, ठीक है। power है ਜਿਹੜੀ power the growth rate of demand for power is generally higher। growth rate power ਦਾ ਬਹੁਤ ਜ਼ਿਆਦਾ ਵਧਿਆ ਹੋਇਆ। ਸਟੱਡੀਜ਼ ਦੇ ਵਿੱਚ ਕੀ ਦੱਸਿਆ ਗਿਆ ਹੈ? ਸਟੱਡੀਜ਼ point that in order to have 8% GDP growth per annum, power supply need to grow around 12%। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ GDP ਹੈ ਜਿਹੜੀ
ਉਹ 12% ਹੋ ਜਾਵੇ ਘੱਟੋ ਘੱਟ, ਤਾਂ ਸਾਨੂੰ ਕੀ ਕਰਨਾ ਪੈਣਾ ਹੈ, ਸਾਨੂੰ ਸਪਲਾਈ ਹੈ ਜਿਹੜੀ ਉਹ ਇਨਕਰੀਜ਼ ਕਰਨੀ ਪੈਣੀ ਹੈ ਕਿਹਦੀ, ਇਲੈਕਟ੍ਰਿਸਿਟੀ ਦੀ, ਠੀਕ ਹੈ, 12% ਤੱਕ। In India, in 2012-13, thermal source accounted for 70% of the power generation capacity. Hydel and wind power accounted for 16%, while nuclear power accounted only for 2%. ਵਿੰਡ ਪਾਵਰ ਸੀਗੀ ਉਹ 16% ਹੋਈ ਹੈ ਤੇ ਨਿਊਕਲੀਅਰ ਪਾਵਰ ਹੈ ਜਿਹੜੀ ਹੋ ਗਈ ਹੈ 2% ਹੋਈ ਹੈ। different sources of electricity generated in India, ਜਿਹੜੇ ਇਲੈਕਟ੍ਰਿਸਿਟੀ ਦੇ different sources ਨੇ ਉਹ ਕਿਹੜੇ ਕਿਹੜੇ ਨੇ, ਦੇਖੋ ਜੀ 70% ਹੈਗਾ ਜਿਹੜਾ, ਇੱਕ ਤਾਂ ਆਪਣੇ ਕੋਲ 2% ਹੈਗਾ ਨਿਊਕਲੀਅਰ, 70% ਥਰਮਲ ਦੀ ਹੈਗੀ, ਅਦਰਸ ਹੈਗੇ ਨੇ 12%, 16% ਆਪਾਂ ਹਾਈਡਰੋ ਪਾਵਰ ਪਲਾਂਟ ਤੋਂ ਹੈ ਜਿਹੜੀ ਉਹ ਇਲੈਕਟ੍ਰਿਸਿਟੀ ਉਹ ਗੇਨ ਕਰ ਰਹੇ ਹਾਂ। ਹੁਣ ਇਹਨਾਂ ਨੇ ਕਿਹਾ ਕਿ some challenges in the power sector, some challenges ਠੀਕ ਹੈ ਜੀ, ਇਹ ਸਾਰੇ ਅੰਦਰ ਡਿਫਰੈਂਟ ਪਾਰਟ ਹੈ ਜਿਹੜਾ ਉਹ ਆਪਣਾ ਪਾਰਟਿਸਿਪੇਸ਼ਨ ਕਰ ਰਹੇ ਨੇ। some challenges in the power sector, electricity generated by various power station is not consumed entirely by ultimate consumer. A part of consumed a part is consumed by power station auxiliaries. Also, while transmitting power, a portion is lost in the transmission. What we get in our houses, offices and factories is the net availability. ਆਪਣੇ ਹੀ ਉਹਨਾਂ ਦੇ ਸਟੇਸ਼ਨ ਦੇ ਵਿੱਚ ਬਹੁਤ ਸਾਰੀ ਜਿਹੜੀ ਖਪਤ ਹੈ ਇਹ ਬਿਜਲੀ ਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਚ ਫਿਰ ਕਿਹਦੇ ਕੋਲ ਆਉਂਦੀ ਹੈ, ਸਾਡੇ ਕੋਲ ਅਲਟੀਮੇਟ ਕਸਟਮਰ ਕੋਲ ਬਾਅਦ ਚ ਪਹੁੰਚਦੀ ਹੈ। Some of the challenges that India's power sector face today, India's installed capacity to generate electricity is not sufficient to feed an annual economic growth of 7 to 8%. In order to meet the growing demand for electricity, India's commercial energy supply need to grow at about 7%. 7% ਤੱਕ ਜਿਹੜਾ ਹੈਗਾ grow ਕਰਨ ਦੇ ਲਈ ਕੀ ਕਰ ਰਿਹਾ, ਸਾਨੂੰ ਇਹ ਕਹਿ ਰਹੇ ਹੈ। At present, India is able to add 20,000 megawatt a year. ਕਿੰਨਾ ਐਡ ਕਰਨਾ ਪੈ ਰਿਹਾ ਇੰਡੀਆ ਨੂੰ, 20,000 megawatt ਹਰ ਸਾਲ ਹੈ ਜਿਹੜੀ ਉਹ ਐਡ ਕਰਨੀ ਪੈ ਰਹੀ ਹੈ ਇਲੈਕਟ੍ਰਿਸਿਟੀ। Even the installed capacity is underutilized, ਜਿਹੜੀ installed capacity ਉਹ underutilized ਹੈ because plants are not run properly. State electricity board which distribute electricity incur losses by exceeding 500 billion, ਪਰ ਫਿਰ ਵੀ ਉਹ ਕੀ ਹੋ ਰਹੇ ਨੇਗੇ, lost ਜਾ ਰਹੇ ਨੇ ਸਾਡੇ electricity board ਨੇ ਜਿਹੜੇ। This is due to transmission and distribution losses, wrong pricing of electricity and other inefficiencies. Some scholars also say that distribution of electricity to the farmer is the main reason for the losses. ਜਿਹੜੀ farmer ਨੂੰ ਆਪਾਂ electricity ਦੇ ਰਹੇ ਹਾਂ ਉਹ loss ਦਾ main ਕਾਰਨ ਹੈ। Electricity is also stolen in different area, also add to woe of SEBs. Private sector power generator are yet to play their role in a major way. So private sector है ਜਿਹੜਾ ਉਹ ਵੀ ਇੱਕ major role play ਕਰਦਾ ਹੈ, ਠੀਕ ਹੈ। Same is the case with foreign investor. There is a general public unrest due to high power traffic. High power ਜਿਹੜੀ traffic ਹੈ ਉਹ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ, and prolonged power cut in different parts of the country. Thermal power plants which are the mainstay of India's power sector are facing shortage of raw material and coal supply. So ਇੱਥੇ ਜਿਹੜੇ ਥਰਮਲ ਪਾਵਰ ਪਲਾਂਟ ਨੇ ਉਹ ਕੀ ਕਰ ਰਹੇ ਨੇ, ਕਮੀ ਫੀਲ ਮਹਿਸੂਸ ਕਰ ਰਹੇ ਨੇ ਕਿ ਉੱਥੇ ਸ਼ਾਰਟੇਜ ਹੈ ਜਿਹੜੀ ਉਹ ਹੋ ਰਹੀ ਹੈ raw material ਦੀ। Thus continue economic development and population growth are driving the demand for energy faster than what India is producing currently. ਤਾਂ ਇੰਡੀਆ ਜਿਹੜਾ ਹੈਗਾ ਪ੍ਰੋਡਿਊਸ ਕੀ ਕਰ ਰਿਹਾ ਹੈ ਨਾ, more public investment, better research and development efforts, exploration
technological innovation and use of renewable energy sources can ensure additional supply of electricity। ਇਹਨਾਂ ਨੂੰ ਵੀ ਆਪਾਂ ਐਡ ਕਰਕੇ ਸਪਲਾਈ ਹੈ ਜਿਹੜੀ ਉਹਨੂੰ ਇਨਕਰੀਜ਼ ਕਰ ਸਕਦੇ ਹੁੰਦੇ ਆ। ਠੀਕ ਹੈ, ਇੰਸਟੈਡ ਆਫ ਇਨਵੈਸਟਿੰਗ ਇਨ ਦਾ ਪਾਵਰ ਸੈਕਟਰ ਬਾਈ ਐਡਿੰਗ ਟੂ ਇੰਸਟਾਲ ਕਪੈਸਿਟੀ ਦ ਗਵਰਨਮੈਂਟ ਹੈਜ਼ ਗੋਨ ਫॉर ਪ੍ਰਾਈਵੇਟਾਈਜੇਸ਼ਨ ਆਫ ਦਾ ਪਾਵਰ ਸੈਕਟਰ। ਤਾਂ ਫਿਰ ਗਵਰਨਮੈਂਟ ਨੇ ਕੀ ਕੀਤਾ, ਇਸ ਸੈਕਟਰ ਨੂੰ ਵਧਾਉਣ ਦੇ ਲਈ ਇਹਦੇ ਵਿੱਚ ਕੀ ਕੀਤਾ, ਪ੍ਰਾਈਵੇਟ ਸੈਕਟਰ ਨੂੰ ਇਹਦੀ ਜਿਹੜੀ ਸੀਗੀ ਡੋਰੀ ਹੈ ਫੜਾ ਦਿੱਤੀ ਹੈਗੀ ਕਿ ਪ੍ਰਾਈਵੇਟ ਸੈਕਟਰ ਹੈ ਜਿਹੜਾ ਉਹ ਆਪਣੇ ਆਪ ਦੇਖੂਗਾ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਮਚ ਹਾਇਰ ਪ੍ਰਾਈਸਿਸ ਫॉर ਇਲੈਕਟ੍ਰਿਸਿਟੀ ਦੈਟ ਹੈਵ, ਸੋ ਪ੍ਰਾਈਵੇਟ ਸੈਕਟਰ ਨੇ ਪ੍ਰਾਈਸ ਵਧਾਤੇ। ਠੀਕ ਹੈ, ਫॉर ਇਲੈਕਟ੍ਰਿਸਿਟੀ ਦੈਟ ਹੈਵ ਇੰਪੈਕਟਡ ਸਰਟੇਨ ਸੈਕਟਰ ਵੈਰੀ ਬੈਡਲੀ। ਡੂ ਯੂ ਥਿੰਕ ਇਟ ਇਜ਼ ਪੋਲਿਸੀ, ਰਾਈਟ ਪੋਲਿਸੀ, ਕਿ ਗਵਰਨਮੈਂਟ ਦੀ ਸਹੀ ਸੀਗੀ ਪੋਲਿਸੀ ਜੇ ਆਪਾਂ ਦੇਖੀਏ। ਹਾਂਜੀ, ਇੱਕ ਉੱਪਰ ਚਾਰਟ ਆਪਣੇ ਕੋਲ ਕੰਟਰੀ ਦਿੱਤੀਆਂ ਹੋਈਆਂ ਨੇ, ਇੰਡੀਆ, ਇੰਡੋਨੇਸ਼ੀਆ, ਇਜਿਪਟ, ਯੂਕੇ, ਜਾਪਾਨ, USA। per capita income in US dollar in 2012 ਇੰਡੀਆ ਦੀ ਪਰ ਕੈਪੀਟਾ ਇਨਕਮ ਸਿਰਫ 3840 ਰੁਪਏ ਸੀਗੀ। USA, ਜਾਪਾਨ ਤੇ UK, ਇੱਥੇ ਦੇ ਲੋਕਾਂ ਦੀ ਇਨਕਮ ਹੈ ਜਿਹੜੀ ਕਾਫੀ ਜ਼ਿਆਦਾ ਹਾਈ ਹੈ। ਕਿਹਦੇ ਨਾਲੋਂ, ਪਰ ਕੈਪੀਟਾ ਕੰਜ਼ੰਪਸ਼ਨ ਇੰਡੀਆ ਦੇ ਲੋਕ ਜਿਹੜੀ ਐਨਰਜੀ ਆ ਉਹ ਸਿਰਫ ਕਿੰਨੀ 684 ਕਿਲੋਵਾਟ ਹੈ ਜਿਹੜਾ ਇੱਕ ਪਰਸਨ ਆ ਉਹ ਲੈ ਰਹੇ ਆ, ਜਦ ਕਿ ਫੋਰਨ ਕੰਟਰੀ ਦੇ ਵਿੱਚ ਈਵਨ ਕਿ ਇਜਿਪਟ ਇੱਕ ਛੋਟੀ ਜਿਹੀ ਕੰਟਰੀ ਹੈ ਉਹ ਵੀ ਇੰਡੀਆ ਤੋਂ ਜ਼ਿਆਦਾ ਜਿਹੜੀ ਕੰਜ਼ੰਪਸ਼ਨ ਹੈ ਉਹ ਕਰ ਰਹੇ ਨੇ। ਹਾਂਜੀ, ਸੋ ਨੈਕਸਟ ਜਿਹੜਾ ਟੌਪਿਕ ਆਪਣਾ ਉਹ ਹੈਲਥ ਨਾਲ ਰਿਲੇਟਡ ਹੋਏਗਾ। ਹੈਲਥ ਦੇ ਬਾਰੇ 'ਚ ਆਪਾਂ ਪੜ੍ਹਾਂਗੇ, ਇਨਫਰਾਸਟਰਕਚਰ ਦਾ ਪਾਰਟ ਹੈ ਇਹਦੇ ਵਿੱਚ ਕੀ ਕੀ ਹੋ ਰਿਹਾ ਕੀ ਕੀ ਨਹੀਂ। ਸੋ ਦੈਟਸ ਇਟ ਫॉर ਟੂਡੇਜ਼ ਵੀਡੀਓ। ਅਗਰ ਆਪਾਂ ਇਹਨੂੰ ਇਕੱਠਾ ਕਰਾਂਗੇ ਥੋੜ੍ਹਾ ਲੈਂਥੀ ਹੋ ਜਾਣਾ, ਸੋ ਸਮਝਣ ਦੇ ਵਿੱਚ ਪ੍ਰੋਬਲਮ ਆਏਗੀ। ਦਿਸ ਇਜ਼ ਆਲ ਫॉर ਟੂਡੇ। ਸੋ ਇੱਦਾਂ ਜਿਹੜੀ ਪਾਵਰ ਹੈ ਜਾਂ ਇਲੈਕਟ੍ਰੀਸਿਟੀ ਹੈ ਉਹਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਹੈ ਸਾਡੇ ਦੇਸ਼ ਦੇ ਇਨਫਰਾਸਟਰਕਚਰ ਦੇ ਵਿੱਚ। ਸੋ ਇਹ ਪਹਿਲਾਂ ਸੀਗਾ ਜਿਹੜਾ ਇਹ ਗਵਰਨਮੈਂਟ ਨੇ ਆਪਣੇ ਹੱਥ 'ਚ ਰੱਖਿਆ ਸੀ ਸਾਰਾ ਸਿਸਟਮ, ਦੇ ਟਾਈਮ ਆਉਣ 'ਤੇ ਹੌਲੀ ਹੌਲੀ ਇਹ ਗਵਰਨਮੈਂਟ ਨੇ ਕਿਹਨੂੰ ਦਿੱਤਾ ਹੈ, ਇਹਨੇ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤਾ ਆ, ਤਾਂ ਕਿ ਪ੍ਰਾਈਵੇਟ ਸੈਕਟਰ ਵਧੀਆ ਤਰੀਕੇ ਨਾਲ ਇਨਵੈਸਟਮੈਂਟ ਕਰਕੇ ਲੋਕਾਂ ਤੱਕ ਵੱਧ ਤੋਂ ਵੱਧ ਲੋਕਾਂ ਤੱਕ ਇਲੈਕਟ੍ਰੀਸਿਟੀ ਹੈ ਜਿਹੜੀ ਪਹੁੰਚ ਜਾ ਸਕੇ। ਠੀਕ ਹੈ, ਬਟ ਇਹਦੇ ਕੁਛ ਕੁ ਬੈਨੀਫਿਟ ਵੀ ਨੇ, ਕੁਛ ਕੁ ਡਿਸਐਡਵਾਂਟੇਜ ਨੇ। ਬੈਨੀਫਿਟ ਕੀ ਹੁੰਦੇ ਆ ਕਿ ਹਰ ਇੱਕ ਘਰ ਤੱਕ ਆਪਾਂ ਕਹਿ ਸਕਦੇ ਹਾਂ ਕਿ ਇਲੈਕਟ੍ਰੀਸਿਟੀ ਹੈ ਜਿਹੜੀ ਉਹ ਪਹੁੰਚ ਗਈ ਹੈ। ਬਟ ਔਨ ਦਾ ਅਦਰ ਹੈਂਡ ਦਾ ਕਾਸਟ ਆਫ ਇਲੈਕਟ੍ਰੀਸਿਟੀ ਇਜ਼ ਮੱਚ ਹਾਇਰ ਦੈਨ ਬਿਫੋਰ। ਜਿੰਨੀ ਗਵਰਨਮੈਂਟ ਦੇ ਅੰਡਰ ਹੁੰਦੀ ਸੀ ਉਨੀ ਨਹੀਂ ਹੈਗੀ। ਜਿਹੜੀ ਕਿ ਕਾਸਟ ਆਫ ਇਲੈਕਟ੍ਰੀਸਿਟੀ ਉਹ ਕਾਫੀ ਹੱਦ ਤੱਕ ਕੀ ਹੋ ਚੁੱਕੀ ਹੈ, ਇਨਕਰੀਜ਼ ਹੋ ਚੁੱਕੀ ਹੈ, ਜਿਹਨੂੰ ਕਿ ਆਮ ਲੋਕ ਨੇ, ਜਿਹੜੇ ਗਰੀਬ ਲੋਕ ਉਹਨੇ ਉਹ ਬੇਅਰ ਨਹੀਂ ਕਰ ਸਕਦੇ ਹੈਗੇ। ਠੀਕ ਹੈ, ਸੋ ਇਲੈਕਟ੍ਰੀਸਿਟੀ ਦਾ ਰੋਲ ਬਹੁਤ ਇੰਪੋਰਟੈਂਟ ਹੈ। ਨੈਕਸਟ ਟੌਪਿਕ ਹੈਗਾ ਸਾਡਾ ਹੈਲਥ ਦਾ, ਉਹ ਆਪਾਂ ਕੱਲ੍ਹ ਦੀ ਕਲਾਸ 'ਚ ਪੜ੍ਹਾਂਗੇ। ਥੈਂਕ ਯੂ ਫॉर ਅਟੈਂਡਿੰਗ ਦਾ ਕਲਾਸ, ਸੀ ਯੂ ਇਨ ਨੈਕਸਟ ਕਲਾਸ।
integration p is equals to -1 into x plus 1 dx plus integration of -2 x plus 2 dx. इजीली कर